अस्सलाम वालेकुम मेरे अजीज़ो क़ारिब, मेरे अजीज़ो मैं क़ारिफ़ी प्यारे पाकिस्तान के सिटी ऑफ लव लाहौर से। और दोस्तों, मैंने पहले भी एक वीडियो बनाई थी जब मैं इस्तांबुल में था कि कैसे लोग पाकिस्तान से डंकी मार के जाते हैं और फिर वहाँ चलते यहाँ से 20 हैं, पहुँचते वहाँ 4 हैं, बाकी कुछ पकड़े जाते हैं, कुछ अरेस्ट हो जाते हैं, कोई ईरान के बॉर्डर पे पकड़े जाते हैं, कुछ तुर्की के बॉर्डर पे, कुछ रास्ते में मर जाते हैं, कुछ बर्फ़ों में गिर जाते हैं, कुछ बीमारी की नज़र होके। तो दोस्तों, मैं तो हमेशा से रिक्वेस्ट करता हूँ कि जो लोग डंकी मारना चाहते हैं वो कोई भी इल्लीगल रास्ता इख्तियार ना करें, लीगल तरीके से वीज़ा लें, दुनिया की सैर करें और कोशिश करें कि कोई गैर कानूनी काम ना किया जाए। इसमें हमारे मुल्क और कौम की बड़ी बदनामी होती है जब लोग डंकी मार के यूरोप जाते हैं यहाँ से। अब पता नहीं ये बात मेरी किस कदर लोगों के दिलों पे उतरती है नहीं उतरती, लेकिन आज जो आप ऑडियो सुनेंगे, ये वीडियो फॉर्मेट के अंदर एक ऑडियो है जो मेरी एक बच्चे से बात हुई जो 16 साल की उम्र में डंकी मार कर गया था पाकिस्तान से। अब उसकी उम्र 17 या 18 साल है, जितनी भी है, लेकिन उस बच्चे की आप गुफ्तगू सुनिएगा और ये लम्हा फ़िक्रिया भी है मेरे लिए भी और पूरी कौम के लिए भी कि हमारे कौम का 16 साल का बच्चा किस अंदाज से सोचता है, वो कितना मायूस है, वो कितना नाउम्मीद है, और मैं कितना नाकाम हूँ जो उस बच्चे को या कौम के बच्चों को उम्मीद दिलाने या आस बंधाने में कितना नाकाम रहा हूँ। सिनेमा में देखिएगा आज। तो आप ये ऑडियो सुने। मैं इस पर कोई कमेंट नहीं करना चाहूँगा बच्चा सही कह रहा है या गलत कह रहा है। जो डंकी मार गया वो यकीनन गलत कह रहा है, लेकिन वो बच्चा कह क्या रहा है, वो शिकायत क्या कर रहा है, उसको पाकिस्तान के किन इदारों से, ये किन लोगों से शिकायत है, ये उसका पॉइंट ऑफ व्यू है। मैंने उसको समझाने की कोशिश की। ये एक ऑडियो है एक ऐसे बच्चे की जो पाकिस्तान से डंकी मार के यूरोप जा चुका है। ये वीडियो सुनिए। ਤੁਹਾਨੂੰ ਕੀ ਲੱਗਦਾ ਹੈ ਪਾਕਿਸਤਾਨ 'ਚ ਤੁਸੀਂ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝਦੇ? ਕੀ ਵਜ੍ਹਾ ਹੈ ਪਾਕਿਸਤਾਨ ਛੱਡਣ ਦੀ, ਡੰਕੀ ਮਾਰਨ ਦੀ ਕੀ ਵਜ੍ਹਾ ਹੈ? ਪਾਕਿਸਤਾਨ 'ਚ ਮਹਿਫੂਜ਼ ਸੀ, ਕੁਝ ਮਸਲਾ ਨਹੀਂ ਹੈ ਕਿ ਉਹ ਕਹਿੰਦੇ ਨੇ ਭਈਦਿਆਂ ਦੇ ਵਾਹਣ ਇੱਕੋ ਜਿਹੇ ਹੁੰਦੇ ਨੇ। ਪੰਜਾਬੀ 'ਚ ਕਹਾਵਤ ਹੈ, ਭਈਦਿਆਂ ਦੇ ਵਾਹਣ ਇੱਕੋ ਜਿਹੇ ਹੁੰਦੇ ਨੇ। ਜੇ ਅਗਲਾ ਕਰੇਗਾ ਤਾਂ ਫਿਰ ਉਹਨਾਂ ਨਾਲ ਉਸ ਤਰ੍ਹਾਂ ਦਾ। ਪਾਕਿਸਤਾਨ 'ਚ ਸਿਰਫ ਆਏ ਆ ਕਿ ਚਾਚੂ ਆਪਣਾ ਟਾਈਮ ਚੇਂਜ ਕਰਨ, ਸਿਰਫ ਪੈਸਾ ਕਮਾ ਕੇ ਕੁਝ ਬਣ ਕੇ। ਜੋ ਰਿਸ਼ਤੇਦਾਰ ਨੇ ਨਾ, ਅੱਜ ਤੋਂ ਜਿਸ ਟਾਈਮ ਅਸੀਂ 3 ਭਰਾ ਪਾਕਿਸਤਾਨ ਸੀ ਨਾ, ਤੇ ਸਾਡੇ ਨਾਲ ਜਿਹੜੇ ਸਾਡੇ ਰਿਸ਼ਤੇਦਾਰ, ਮੇਰੇ ਚਾਚੇ ਦੇ ਪੁੱਤਰ ਨੇ 4, ਉਹ 4 ਦੇ 4 ਦੁਬਈ 'ਚ ਸੈੱਟ ਸੀ। ਉਹ ਸਭ ਰਿਸ਼ਤੇਦਾਰ ਉਹਨਾਂ ਦੇ ਸੀ। ਸਹੀ ਹੈ, ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦੇ ਸਮਝੋ ਗੀਤ ਗਾਣੇ ਉਹਨਾਂ ਨੇ। ਕੋਈ ਭੈੜਾ ਉਹਨਾਂ ਗਲਤ ਵੀ ਕੀਤਾ ਨਾ, ਉਹਨਾਂ ਨੇ ਆਣਾ ਉਹ ਠੀਕ ਨੇ। ਜਿਸ ਟਾਈਮ ਮੇਰਾ ਇੱਕ ਭਰਾ ਪਹੁੰਚਿਆ ਨਾ, ਤੇ ਉਹਨਾਂ ਆਖਿਆ ਬਈ ਲੱਗਦਾ ਪਹਿਲੇ ਆਂਦੇ ਬਈ ਇਹਨਾਂ ਨੇ ਨਸ਼ਿਆਂ ਤੇ ਲੱਗ ਜਾਣਾ, ਇਹਨਾਂ ਦਾ ਕੁਝ ਨਹੀਂ ਬਣ ਸਕਦਾ ਹੈ, ਠੀਕ ਹੈ ਨਾ, ਇਹਨਾਂ ਦਾ ਕੁਝ ਨਹੀਂ ਬਣਨਾ ਹੈ। ਜਿਸ ਟਾਈਮ ਇੱਕ ਭਰਾ ਮੇਰਾ ਗਿਆ ਨਾ, ਥੋੜਾ ਸੈੱਟ ਹੋਇਆ, ਜਾ ਕੇ ਉਹਨੇ ਫਿਰ ਦੂਸਰੇ ਭਰਾ ਨੂੰ ਪੈਸੇ ਕਮਾਏ, ਦੂਸਰਾ ਭਰਾ ਬਣਾਇਆ। ਹੋਰ ਉਹਨਾਂ ਰਿਸ਼ਤੇਦਾਰਾਂ ਨੇ ਕਿਹਾ ਸੀ ਬਈ ਇਹ ਤੇ ਹੁਣ ਠੀਕ ਹੋ ਗਏ ਨੇ। ਕੁਝ ਰਿਸ਼ਤੇਦਾਰ ਨਜ਼ਦੀਕ ਆ ਗਏ ਜਿਹੜੇ ਦੂਰ ਦੂਰ ਰਹਿੰਦੇ ਸੀ। ਅੱਛਾ, ਇਹਦਾ ਮਤਲਬ ਹੈ ਮੈਂ ਆਇਆ ਨਾ, ਇਹਦਾ ਮਤਲਬ ਹੈ ਤੇਰੇ ਰਿਸ਼ਤੇਦਾਰ ਤੇਰੇ ਨਾਲ ਚੰਗਾ ਸਲੂਕ ਕਰਦੇ ਤੇ ਤੁਸੀਂ ਬਾਹਰ ਨਾ ਜਾਂਦੇ? ਸਾਡੇ ਨਾਲ ਅੱਛੇ ਹੁੰਦੇ ਨਾ ਰਿਸ਼ਤੇਦਾਰ। ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਨਾਲ ਅੱਛੇ, ਅਸੀਂ ਗੱਲ ਕਰਨੇ ਆ ਕਿ ਚਾਚੂ ਜੀ ਹੱਕ ਦੀ ਗੱਲ ਕਰੋ। ਕਦੇ ਵੀ ਕਿਸੇ ਦੇ ਪਿੱਛੇ ਲਾ ਕੇ ਕਿਸੇ ਦੀ ਦੁਨੀਆਦਾਰੀ ਰੱਖਣ ਵਾਸਤੇ ਆਪਣੀ ਆਖਰਤ ਨਾ ਗਵਾਓ ਕਿ ਹੱਕ ਦੀ ਗੱਲ ਨਾ ਕਰੋ। ਸਾਡੀ ਜ਼ਮੀਨ ਹੈ ਰੋਡ ਦੇ ਉੱਤੇ, ਜੋ ਕਿ ਮੇਰੇ ਚਾਚੇ ਹਰੀ ਜ਼ਮੀਨ ਵੇਚਦੇ ਰਹੇ ਨੇ, ਠੀਕ ਹੈ ਨਾ, ਉਹ ਜ਼ਮੀਨ ਵੇਚਦੇ ਰਹੇ ਨੇ, ਲੱਖਾਂ ਦੀ ਉਹਨਾਂ ਜ਼ਮੀਨ ਵੇਚ ਸੱਟੀ। ਜਿਸ ਟਾਈਮ ਉਹ ਜੋ ਹਿੱਸਾ ਰਹਿ ਗਿਆ ਸਾਡਾ ਰਹਿ ਗਿਆ, ਉਹਦੇ ਨਾਲ ਇਸ ਹਿੱਸੇ 'ਚ ਵੀ ਅਸੀਂ ਅੱਧਾ ਹਿੱਸਾ ਲੈਂਦੇ। ਨਹੀਂ, ਮੈਨੂੰ ਜ਼ਮੀਨ ਸਾਡੀ, ਮੈਨੂੰ ਇਹ ਗੱਲ ਨਹੀਂ ਸਮਝ ਆ ਰਹੀ। ਜੀ ਜੀ ਮੈਂ ਪੁੱਛਣਾ ਹੈ ਚਾਹ ਰਹੇ ਹਾਂ, ਸਵਾਲ ਮੇਰਾ ਹੈ ਵੇ ਜੀ ਜੀ ਇਹ ਤੇ ਹੋ ਗਿਆ ਕਿ ਰਿਸ਼ਤੇਦਾਰ ਜਿਹੜੇ ਨੇ ਪੈਸੇ ਵਾਲੇ ਦੀ ਇੱਜ਼ਤ ਕਰਦੇ ਨੇ, ਤੇਰਾ ਇਹ ਕਹਿਣਾ ਹੈ? ਜੀ। ਅੱਛਾ, ਰਿਸ਼ਤੇਦਾਰਾਂ ਦੀ ਖਾਤਰ ਪਾਕਿਸਤਾਨ ਹੀ ਛੱਡਤਾ, ਆਪਣੀ ਧਰਤੀ ਮਾਂ ਛੱਡਤੀ? ਪਾਕਿਸਤਾਨ ਪੱਕਾ ਤਾਂ ਨਹੀਂ ਨਾ ਛੱਡਿਆ, ਪਾਕਿਸਤਾਨ ਆਪਣਾ ਟਾਈਮ ਬਦਲਣ ਵਾਸਤੇ ਆਇਆ। ਹੁਣ ਦੇਖੋ ਪ੍ਰਦੇਸ਼ ਦੇ ਵਿੱਚ ਕੋਈ ਵੀ ਮਿਹਨਤ ਕਰਨ ਜਾਂਦਾ, ਜਿਸ ਤਰ੍ਹਾਂ ਸਊਦੀਆ, ਦੁਬਈ, ਮਸਕਤ, ਕੁਵੈਤ, ਬੰਦੇ ਜਾਂਦੇ ਨੇ ਮਿਹਨਤ ਕਰਨ, ਮਿਹਨਤ ਕਰਕੇ ਆਪਣੇ ਮੁਲਕ ਚ ਆ ਕੇ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦਾ ਖਾਸ ਅਸਾਸਾ ਕੌਣ ਨੇ? ਓਵਰਸੀਜ਼
ਜਿਤਨੇ ਬਾਹਰ ਦੇ ਵਿੱਚ ਨੇ ਸਭ ਪਾਕਿਸਤਾਨ ਦਾ ਮੇਨ ਸਮਝੋ ਰੀੜ ਦੀ ਹੱਡੀ ਹੋਣੇ ਨਾ, ਜੋ ਕਿ ਸਾਡੀ ਗਵਰਨਮੈਂਟ ਵੀ ਮੰਨਦੀ ਹੈ। ਠੀਕ ਹੈ, ਜਿਸ ਟਾਈਮ ਅਸੀਂ ਉੱਥੇ ਰਹਿ ਕੇ ਨਾ ਤੇ ਆਪਣਾ ਕੁਝ ਬਣਾ, ਦੇਖੋ ਅਦਾਲਤ ਦੇ ਵਿੱਚ ਇੱਕ ਵਾਰੀ ਜਾਈਏ ਨਾ, ਠੀਕ ਹੈ, ਮਾੜਾ ਬੰਦਾ ਕੀ ਕਰਦਾ, ਅੱਜ ਮੱਝ ਵੇਚ ਲਓ, ਅੱਜ ਗਾਂ ਵੇਚ ਲਓ ਜੀ, ਕੀ ਇਹ ਤਾਰੀਖ ਤੇ ਜਾਣਾ। ਠੀਕ ਹੈ, ਜਿਸ ਟਾਈਮ ਕੁਝ ਬਣ ਕੇ ਜਾਓ, ਤੁਹਾਡਾ ਹੱਕ ਜੋ ਤੁਹਾਡਾ ਹੱਕ ਹੈ ਉਹ ਤੁਹਾਨੂੰ ਆਪ ਹੀ ਲੱਭ ਜਾਂਦਾ, ਕਿਉਂਕਿ ਜਿਸ ਟਾਈਮ ਤੁਸੀਂ ਕੁਝ ਬਣ ਜਾਂਦੇ ਹੋ ਨਾ, ਉਸ ਟਾਈਮ ਬੰਦਿਆਂ ਨੂੰ ਪਤਾ ਲੱਗ ਜਾਂਦਾ, 100 ਬੰਦੇ ਆਪਣੀ ਤਾਕ ਦੇ ਵਿੱਚ ਹੋ ਜਾਂਦੇ ਨੇ। ਇਹਦਾ ਮਤਲਬ ਹੈ ਕਿ ਤੇਰਾ ਖਿਆਲ ਹੈ ਕਿ ਤੇਰੇ ਕੋਲ ਜਿਸਲੇ ਪੈਸਾ ਆ ਜਾਏਗਾ, ਤਾਕਤ ਆ ਜਾਏਗੀ ਤੇ ਤੈਨੂੰ ਇਨਸਾਫ ਮਿਲੇਗਾ। ਇਨਸਾਫ ਮਿਲੇਗਾ, ਵੈਸੇ ਇਨਸਾਫ ਨਹੀਂ ਮਿਲ ਸਕਦਾ, ਕਦੇ ਵੀ ਨਹੀਂ ਮਿਲ ਸਕਦਾ। ਇੱਕ ਬੰਦਾ ਸੀ, ਅਗਲੇ ਦਿਨ ਤੁਸੀਂ ਵੀਡੀਓ ਫੇਸਬੁੱਕ ਤੇ ਦੇਖੀ ਹੋਵੇਗੀ ਕਿ ਇੱਕ ਪੁਲਿਸ ਵਾਲੇ ਨੂੰ ਸਿਰਫ ਹਫਤਾ ਨਹੀਂ ਦਿੱਤਾ ਤੇ 13 ਸਾਲ ਅੰਦਰ ਰਹਿ ਕੇ ਉਹਨੇ ਮਨਸ਼ਿਆਤ ਦਾ ਕੇਸ ਪਾ ਦਿੱਤਾ। 13 ਸਾਲ ਬਾਅਦ ਬੇਕਸੂਰ ਸਾਬਤ ਹੋਇਆ। ਸਾਡੇ ਮੁਲਕ ਦੀ ਅਦਾਲਤ ਕਿੱਧਰ ਗਈ ਕਿ ਇੱਕ ਬੰਦਾ ਬੇਕਸੂਰ ਬਾਇਜ਼ਤ ਤੁਸੀਂ 13 ਸਾਲ ਬਾਅਦ ਬਰੀ ਕਰ ਦੋ। ਉਸ ਬੰਦੇ ਦੇ 13 ਸਾਲ ਦੀ ਮਿਹਨਤ, 13 ਸਾਲ ਜਿਹੜਾ ਉਹਨੇ ਰੁਪਿਆ ਲਾਇਆ ਵੇ, ਜਾਂ 13 ਸਾਲ ਜਿਹੜਾ ਉਹ ਅੰਦਰ ਹੈ, ਉਹਦਾ ਕੌਣ ਰਜਾਨਾ ਭਰੇਗਾ? ਇਹਦਾ ਮਤਲਬ ਹੈ ਕਿ ਤੂੰ ਜਿਹੜਾ ਬਾਗੀ ਹੋਇਆ ਹੈ, ਉਹ ਇਹੋ ਜਿਹੇ ਵੀਡੀਓ ਵੇਖ ਕੇ ਬਾਗੀ ਹੋਇਆ ਕਿ ਮੈਂ ਬਾਹਰ ਜਾਵਾਂ, ਪੈਸੇ ਕਮਾਵਾਂ। 19 ਸਾਲ ਦੀ ਉਮਰ 'ਚ ਡੰਕੀ ਲਾ ਗਏ ਹੈ। ਨਹੀਂ, 16 ਸਾਲ ਦੀ ਉਮਰ 'ਚ ਆਇਆ ਜੇ ਕਿ 16 ਸਾਲ ਦੀ ਉਮਰ 'ਚ ਡੰਕੀ ਲਾਈ। 17 ਸਾਲ ਸਾਡੇ 17 ਸਾਲ ਪੂਰੀ ਹੋ ਗਈ। 2005 ਦੇ 6ਵੇਂ ਮਹੀਨੇ ਦੀ 25 ਤਰੀਕ ਦੀ ਮੇਰੀ ਪੈਸ਼। ਨਹੀਂ ਤੇ ਉਹ ਤੇ ਇੱਕ ਬੰਦੇ ਨੇ ਜੇ ਗਲਤ ਹੋ ਗਿਆ, ਉਹਦੇ ਨਾਲ ਇੱਕ ਨਾਲ ਜ਼ਿਆਦਤੀ ਹੋ ਗਈ, ਤੇ ਜੇ ਤੇਰੇ ਵਰਗੇ ਨੌਜਵਾਨ 16 ਸਾਲ ਦੀ ਉਮਰ 'ਚ ਪਾਕਿਸਤਾਨ ਤੋਂ ਇੰਨੇ ਬੇਜ਼ਾਰ ਹੋ ਜਾਣਗੇ ਤੇ ਸਾਡੇ ਵਰਗੇ ਬਾਬਿਆਂ ਦਾ ਕੀ ਬਣੇਗਾ? ਅਸੀਂ ਕਿੱਥੇ ਜਾਈਏ? ਦੇਖੋ ਨਾ, ਇੱਕ ਨਹੀਂ, ਮੈਂ ਪਾਕਿਸਤਾਨ 'ਚ ਬੜੇ ਬੜੇ ਡੇਰੇ, ਜਿਸ ਟਾਈਮ ਆਪਣਾ ਹੱਕ ਲੈਣਾ ਹੋਵੇ ਨਾ, ਕਿ ਦੁਨੀਆ ਦਾ ਦਸਤੂਰ ਹੈ ਕਿ ਜਿਹੜਾ ਸਿੱਧਾ ਹੋਵੇ ਉਹ ਠੋਕ ਦਿੱਤਾ ਜਾਂਦਾ ਹੈ, ਜਿਹੜਾ ਟੇੜਾ ਹੋਵੇ ਉਹਨੂੰ ਛੱਡ ਦਿੱਤਾ ਜਾਂਦਾ ਹੋਵੇ। ਗੱਲ ਸਹੀ ਅੰਕਲ ਜੀ, ਮੰਨਦੇ ਇਸ ਗੱਲ ਨੂੰ? ਨਹੀਂ, ਮੈਂ ਤਾਂ ਨਹੀਂ। ਜ਼ਿੰਦਗੀ ਦੇ ਵਿੱਚ ਇੱਕ ਲੱਖ ਮੈਂ ਨਹੀਂ ਮੰਨਦਾ। ਦੇ ਉੱਤੇ ਕਿੱਲ ਲਾ ਲਓ, 4 ਕਿੱਲ ਲਾ ਲਵੋ, 4 ਕਿੱਲ ਦੇ ਵਿੱਚੋਂ ਜਿਹੜਾ ਕਿੱਲ ਸਿੱਧਾ ਹੋਵੇ ਤਾਂ ਸਭ ਤੋਂ ਪਹਿਲੇ ਹਰ ਬੰਦੇ ਦੀ ਕੋਸ਼ਿਸ਼ ਹੋਵੇ, ਚਾਹੇ ਉਹ ਸੈਂਟਰ 'ਚ ਹੋਵੇ, ਚਾਹੇ ਸਟਾਰਟ ਤੇ ਹੋਵੇ, ਚਾਹੇ ਐਂਡ ਦੇ ਉੱਤੇ ਹੋਵੇ, ਪਹਿਲੇ ਉਹਨੂੰ ਠੋਕਣੇ ਦੀ, ਕਿ ਉਹ ਕਿੱਲ ਉਸ ਦੀਵਾਰ ਦੇ ਵਿੱਚ, ਉਸ ਲੱਕੜ ਦੇ ਵਿੱਚ ਲਗਾ ਦਿੱਤਾ ਜਾਏ, ਕਿਉਂਕਿ ਉਹ ਸਿੱਧਾ ਹੋਵੇ। ਜਿਹੜਾ ਥੋੜਾ ਡਿੰਗਾ ਹੋਵੇ ਤਾਂ ਉਹਨੂੰ ਠਹਿਰ ਕੇ ਲਾਣ ਦੇ। ਲੇਕਿਨ ਮੁੜਿਆ, ਮੇਰਾ ਬੇਟਾ ਗੱਲ ਸੁਣ ਮੇਰੀ, ਤੂੰ ਤੇ ਕ੍ਰਿਮੀਨਲ ਵੀ ਨਹੀਂ ਹੈਗਾ, ਤੇਰੇ ਕੋਈ ਕੇਸ ਨਹੀਂ ਚੱਲ ਰਹੇ, ਤੇਰੇ ਉੱਤੇ ਕੋਈ ਇਲਜ਼ਾਮ ਨਹੀਂ ਲੱਗਾ, ਫਿਰ ਤੂੰ ਪਾਕਿਸਤਾਨ ਤੋਂ ਡੰਕੀ ਕਿਉਂ ਲਾ ਗਿਆ? ਪਾਕਿਸਤਾਨ ਤੋਂ ਮੈਂ 2 ਸਾਲ ਜਿਹੜਾ ਨਾ ਡੇਰੇ ਆਪਣੀਆਂ 2-3 ਮੱਝਾਂ ਰੱਖੀਆਂ, ਨਾਲ ਕੰਮ ਵੀ ਕਰੀਦਾ ਸੀ। ਠੀਕ, ਮੱਝਾਂ ਰੱਖ ਕੇ ਆਪਣਾ ਦੇਖੀਦਾ ਸੀ। ਮੈਨੂੰ ਸਮਝ ਆ ਗਈ ਇੱਥੇ ਰਹਿ ਕੇ ਚਾਚੂ ਜੀ ਮੈਂ ਜਿੰਨਾ ਵੀ ਪਿਆ ਕਰਾਂ ਨਾ, ਉਹ ਹਿਸਾਬ ਤੇ ਇੱਥੇ ਮੈਂ 100 ਯੂਰੋ ਕਮਾਨ, ਮੈਂ 2 ਦਿਹਾੜੀਆਂ ਲਾ ਇੱਥੇ, ਸਿਰਫ ਅਲੱਗ ਮੇਰੀ ਛੋਟੀ ਉਮਰ ਹੈ, ਇੱਥੇ ਦੀ ਗਵਰਨਮੈਂਟ ਅਲਾਉ ਨਹੀਂ ਕਰਦੀ ਕਿ ਕੰਮ ਕਰਨਾ। ਅਗਰ ਅਸੀਂ ਚੋਰੀ ਕੰਮ ਵੀ ਕਰੀਏ ਨਾ, ਸਿਰਫ 2 ਦਿਨ ਕੰਮ ਕਰੀਏ, 20,000 ਰੁਪਏ ਅਸੀਂ ਪਾਕਿਸਤਾਨ ਭੇਜਨੇ ਆ। ਤਾਂ ਉਸ 20,000 ਰੁਪਏ ਨਾਲ ਕੁਝ ਵੀ ਘਰ ਦਾ, ਇੱਕ ਘਰ ਦਾ ਮਜ਼ਦੂਰਦਾਰ ਬੰਦੇ ਦਾ ਘਰ ਦਾ ਨਿਜ਼ਾਮ ਚੱਲ ਜਾਂਦਾ 2 ਦਿਨ ਦੇ ਕੰਮ ਨਾਲ। ਮਤਲਬ ਤੂੰ ਇਹਦਾ ਮਤਲਬ ਹੈ 2 ਦਿਨ ਕੰਮ ਕਰੋ ਨਾ ਕਿ ਤੂੰ ਪੈਸੇ ਲਈ ਗਿਆ, ਹੋਰ ਕੋਈ ਮਸਲਾ ਨਹੀਂ। ਮੈਂ ਪੈਸਾ ਕਮਾ ਕੇ ਫਿਰ ਜਿਹੜੇ ਬੰਦੇ ਦੂਰ ਦੂਰ ਜਾਂਦੇ ਸੀ ਨਾ, ਉਹਨਾਂ ਨੂੰ ਕੁਝ ਬਣ ਕੇ ਦੱਸਣਾ। ਅੱਛਾ, ਤੂੰ ਬਣ ਕੇ ਦੱਸ। ਗੱਲ ਸੁਣ, ਮੇਰੀ ਗੱਲ ਸੁਣ, ਤੂੰ ਬਣ ਗਿਆ, ਤੂੰ ਪੈਸਾ ਕਮਾ ਲਿਆ ਤੇ ਬੰਦੇ ਤੇਰੇ ਵੱਲ ਮੋੜ ਆਏ, ਉਸ ਤੋਂ ਬਾਅਦ ਕੀ ਫਾਇਦਾ? ਫਾਇਦਾ ਕੁਝ ਨਹੀਂ, ਮਗਰ ਇਨਸਾਨ ਨੂੰ ਸਬਕ ਮੁੱਲ ਲੱਭਦਾ ਕਿ ਜੋ ਇਨਸਾਨ ਅੱਜ ਸਾਡੀ ਮੁਹਲਸੀ ਦੇ ਕੇ ਛੱਡ ਕੇ ਜਾ ਰਹੇ ਨੇ ਨਾ, ਉਹਨਾਂ ਨੂੰ ਪਤਾ ਲੱਗੇ ਬੰਦਾ ਮਾੜਾ ਨਹੀਂ ਹੁੰਦਾ, ਟਾਈਮ ਮਾੜਾ ਹੁੰਦਾ ਵੀ। ਇਨਸਾਨ ਕਦੇ ਚਾਚੂ ਜੀ ਮੈਂ ਕਦੇ ਕਿਸੇ ਨਾਲ ਗਲਤ ਨਹੀਂ ਹੋਣ ਲਗਾ, ਨਾ ਮੇਰਾ ਜ਼ਮੀਰ ਗਵਾਰਾ ਕਰੇਗਾ ਕਿ ਮੈਂ ਇਨਸਾਨ ਨਾਲ ਇਸ ਨਾਲ ਗਲਤ ਹੋਵਾਂ। ਮੈਂ ਉਦੋਂ ਗਲਤ ਹੋਣਾ ਜਿਸ ਦਿਨ ਮੇਰਾ ਟਾਈਮ ਨਹੀਂ ਠੀਕ ਹੋਣ ਲਗਾ। ਮੈਨੂੰ ਕੁਝ ਮੇਰਾ ਦੋਸਤ ਕਹਿੰਦਾ ਨਾ ਕਿ ਯਾਰ ਇਹ ਮੈਨੂੰ 10,000 ਰੁਪਇਆ ਚਾਹੀਦਾ, ਮੇਰੇ ਕੋਲੇ ਹੈ ਨੇ ਨਾ, ਮੈਂ ਦਾਦਾ ਜਿਸ ਟਾਈਮ ਮੇਰੇ ਦੋਸਤ ਨੇ ਦੇਖਣਾ ਨਹੀਂ ਨਾ ਕਿ ਉਹਦਾ ਟਾਈਮ ਕਿਸ ਤਰ੍ਹਾਂ ਦਾ, ਉਸ ਟਾਈਮ ਇਨਸਾਨ ਉਹ ਕਹਿੰਦੇ ਨਾ ਕਿ ਦੋਸਤ ਦੀ ਮੁਹਲਸੀ ਦਾ ਕਦੇ ਧਿਆਨ ਨਾ ਲਵੋ, ਕਿ ਹੋ ਸਕਦਾ ਉਸ ਟਾਈਮ ਉਹਦੇ ਤੇ ਟਾਈਮ ਕਿਸ ਤਰ੍ਹਾਂ ਦਾ, ਉਹ ਕਿਸ ਟਾਈਮ ਦੇ ਵਿੱਚ ਮਜਬੂਰ ਹੈ। ਠੀਕ ਹੈ, ਕਦੇ ਕਿਸੇ ਦਾ ਇਮਤਿਹਾਨ, ਇਹ ਦੁਨੀਆ ਇਮਤਿਹਾਨ ਇਨਸਾਨ ਦਾ ਲੈਂਦੀ ਹੈ। ਠੀਕ ਹੈ ਨਾ, ਇਨਸਾਨ ਯਾਰ ਇੱਥੇ ਰਹਿ ਕੇ ਮੇਰੀ ਗੱਲ ਸੁਣ, ਤੂੰ ਜਵਾਨ ਹੈਗਾ, 16 ਸਾਲ ਦਾ, ਤੂੰ ਇੱਥੋਂ ਗਿਆ, ਇੱਥੇ ਰਹਿ ਕੇ ਪੜ੍ਹ ਲਿਖ ਕੇ CSP ਅਫਸਰ ਵੀ ਤੇ ਬਣ ਸਕਦਾ ਸੀ ਤੇ ਇਸ ਨਿਜ਼ਾਮ ਨੂੰ ਠੀਕ ਤੇ ਕਰ ਸਕਦਾ ਸੀ ਨਾ। ਪਾਕਿਸਤਾਨ ਇਸ ਤਰ੍ਹਾਂ ਲੋਕ ਮੇਰੇ ਦੋਸਤ ਨੇ, ਮੈਂ 10 ਕਲਾਸ ਦੇ ਵਿੱਚੋਂ ਛੱਡਿਆ ਵੇ ਸਕੂਲ, ਮੇਰੇ ਦੋਸਤ ਨੇ ਕਿ ਜਿਨ੍ਹਾਂ ਪੜ੍ਹਾਈ ਕੰਪਲੀਟ
ਕਰਕੇ ਕਦੇ ਕਿਸੇ MNA ਦੇ ਬੂਹੇ ਤੇ ਜਾਂਦੇ ਨੇ, ਕਿਸੇ MPA ਦੇ, ਕਿਸੇ ਵਫਾਕੀ ਵਜ਼ੀਰ ਤੇ, ਕਦੇ ਕਿਸੇ ਦੇ ਕੀ ਸਰ ਜੀ ਨੌਕਰੀ ਲਵਾਇਓ, ਸਰ ਜੀ ਨੌਕਰੀ ਲਵਾਇਓ। ਠੀਕ ਹੈ, ਤੁਹਾਡੇ ਸਿਫਾਰਿਸ਼ ਪਾਕਿਸਤਾਨ ਪੈਸਾ ਨਹੀਂ, ਤਾਲੀਮ ਨਹੀਂ, ਸਿਫਾਰਿਸ਼ ਚੱਲਦੀ। ਮੈਂ 8 ਪੜ੍ਹੇ ਆ, ਮੇਰੇ ਬਜ਼ੁਰਗ ਨੇ ਨਾ ਜਿਸ ਟਾਈਮ ਦੇ ਵਿੱਚ ਇਹ ਕੋਈ ਨਾ ਕੋਇਟੇ ਐਟਮੀ ਪਲਾਂਟ ਦੇ ਵਿੱਚ ਭਰਤੀ ਹੋਏ ਸੀ ਨਾ, ਉਸ ਟਾਈਮ ਦੇ ਵਿੱਚ 8 ਕਲਾਸਾਂ ਜਿਹੜਾ ਪੜ੍ਹੀਆਂ ਬੜੀਆਂ ਮਹਿਨੀ ਰੱਖਦੀਆਂ ਸੀ। ਠੀਕ ਹੈ, ਇਹਨਾਂ ਨੌਕਰੀ ਕੀਤੀ ਸੀ, ਨੌਕਰੀ ਉਹਨਾਂ ਦੀ ਸਾਨੂੰ ਲੱਭ ਸਕਦੀ ਹੈ। ਠੀਕ ਹੈ ਨਾ, ਮਗਰ ਕੀ 16 ਪੜੋ, ਪਹਿਲੇ ਜਾ ਕੇ ਫਲਾਣੇ ਦੇ ਤਰਲੇ ਕਰੋ, ਚੋਈ ਸਾਹਿਬਾਂ ਦੇ ਹੁੱਕੇ ਦੀ ਅੱਗ ਪਾਵੋ, ਉਹ ਚੋਈ ਸਾਹਿਬਾਂ ਦੇ ਹੁੱਕੇ ਦੀ ਅੱਗ ਪਾ ਕੇ ਉੱਠੋ ਤੇ ਫਲਾਣਾ ਕੰਮ ਕਰ ਆਵੋ, ਉਹ ਇੰਨੇ ਚਿਰੋਂ ਜੀ ਬੰਦੇ ਦੀ ਆਪਣੀ ਆਕੜ ਮਰ ਜਾਂਦੀ। ਪਾਕਿਸਤਾਨ ਦੇ ਵਿੱਚ ਸਿਫਾਰਿਸ਼ ਚੱਲਦੀ, ਪੈਸਾ ਨਹੀਂ, ਪੈਸਾ ਤੇ ਇੱਕ ਸਿਫਾਰਿਸ਼ ਹੈ, ਦੋ ਚੀਜ਼ਾਂ ਬੋਲਦੀਆਂ ਨੇ। ਕੋਈ ਹੁਣ ਤੁਹਾਡਾ MNA ਨਹੀਂ ਨਾ ਪਾਕਿਸਤਾਨ 'ਚ ਜ਼ਿੰਦਗੀ ਗੁਜ਼ਾਰਨੀ ਹੈ, 4 ਚੀਜ਼ਾਂ ਜ਼ਰੂਰੀ ਨੇ ਜੋ ਕਿ ਮੈਂ ਆਪਣੇ ਲਿਹਾਜ਼ ਨਾਲ ਮੈਂ ਸੋਚਣਾ ਵਾ। ਇੱਕ ਚੰਗਾ ਡਾਕਟਰ, ਚੰਗਾ ਵਕੀਲ, ਚੰਗਾ SHO ਤੇ ਚੰਗਾ ਸਿਆਸਤਦਾਨ। ਇਹ 4 ਬੰਦੇ ਅਗਰ ਤੁਹਾਡੀ ਇਹਨਾਂ ਨਾਲ ਸਲਾਮ ਦੁਆ ਹੈ ਤੇ ਤੁਸੀਂ ਅੱਛੀ ਜ਼ਿੰਦਗੀ ਗੁਜ਼ਾਰਦੇ ਹੋ। ਤੁਹਾਡਾ ਹਰ ਕੰਮ ਘਰ ਬੈਠ, ਤੁਹਾਡਾ ਕਾਂ ਕਾਲਾ ਵੀ ਜਿਹੜਾ ਨਾ ਚਿੱਟਾ ਉੱਡਦਾ ਹੋਵੇ। ਫਿਰ ਜੇ ਇਹਨਾਂ 4 ਬੰਦੇ ਨਾਲ ਤੁਹਾਡੀ ਹੈ, ਚੰਗੇ ਡਾਕਟਰ, ਚੰਗੇ ਵਕੀਲ, SHO ਤੇ ਸਿਆਸੀ ਨਾਲ ਤੁਹਾਡਾ ਭਾਰ ਹੈ। ਜੇ ਅਗਰ ਇਹਨਾਂ ਨਾਲ ਨਹੀਂ ਤੇ ਤੁਹਾਡੀ ਫਿਰ ਕੀ ਰੇਟ ਹੋਈ ਨਹੀਂ ਹੈ ਯਾਰ। ਇੰਨੀ ਛੋਟੀ ਉਮਰ ਦੇ ਵਿੱਚ ਇੰਨੀਆਂ ਜ਼ਿਆਦੀਆਂ ਤਕਲੀਫਾਂ, ਇੰਨਾ ਜ਼ਿਆਦਾ ਤਨਕੀਦ ਸਿੱਖ ਲਈ ਪਾਕਿਸਤਾਨ ਤੇ, ਇਹ ਕਿਵੇਂ ਸਿੱਖੀ ਹੈ? ਤੇਰੇ ਨਾਲ ਕੁਝ ਹੋਇਆ, ਬੁਰਾ ਹੋਇਆ ਕੁਝ ਕਦੀ? ਬਸ ਅੰਕਲ ਜੀ ਕੀ ਉਹਨੇ ਆਖਿਆ ਢਿੱਡ ਆਪਣੇ ਤੋਂ ਕੱਪੜਾ ਚੁੱਕੀ ਆਪਣੇ ਨੰਗਾ ਹੁੰਦਾ ਜਿਸ ਟਾਈਮ ਇਨਸਾਨ। ਪਾਕਿਸਤਾਨ ਨਾਲ ਨਫ਼ਰਤ ਨਹੀਂ ਹੈ, ਪਾਕਿਸਤਾਨ ਸਾਡਾ ਮੁਲਕ, ਅਸੀਂ ਆਪਣੇ ਮੁਲਕ ਵਾਸਤੇ ਜਾਨ ਵੀ ਦਾਂਦੇ। ਸਾਡੇ ਜਿਹੜੇ ਕੁਝ ਕਰਪਟ ਲੋਕ ਨੇ ਨਾ, ਇਹਨਾਂ ਦੀ ਵਜ੍ਹਾ ਤੋਂ ਸਾਡਾ ਮੁਲਕ ਇੱਥੇ ਜਿਸ ਟਾਈਮ ਸਾਡੇ ਮੁਲਕ ਦੀ ਕੋਈ ਇੱਜ਼ਤ ਕਰਦਾ ਹੈ ਨਾ, ਅਸੀਂ ਇਤਨੀ को साड़ी छाती फाड़ना चाहिए यानी को साढ़े को पूछ नहीं सकता है। ठीक है जी दोस्तों, आपने ये ऑडियो सुनी, ये बच्चा किस तरह से माशरती नाहमवारियों और रिश्तेदारों की अदम तवज्जो, बेइतनाइयों और सोसाइटी के ऊपर कमेंट कर रहा था। अगर हमने इस सोच को पनपने से ना रोका और अगर हमने इस कौम में उम्मीद पैदा ना की तो आप यकीन करें कि बहुत नुकसान होगा। मैं जब तुर्की गया था, बहुत सारे ऐसे बच्चों से मिला था जो डंकी मार के आए थे। कई ऐसे थे कि जो मतलब एक फैमिली ऐसी थी कि बाप बेटा, 2 बेटे और एक बाप डंकी मार रहे थे। ईरान से कोई पहाड़ी रास्ता है जो तुर्की की तरफ जाता है, वहाँ बर्फ़ों के अंदर उनके बाप की तबीयत ख़राब हुई और उनको अपने बाप के पास कुछ 10-15 दिन का राशन रख के और उसको छोड़ के आ जाना पड़ा। मर गया होगा बेचारा, रो रहे थे। काइंडली इस बात पे गौर करें, वो लोग जो इस कौम के बच्चों की तरबियत कर सकते हैं, नेशन बिल्डिंग कर सकते हैं। मैं इस बच्चे की किसी भी बात से कायल नहीं हूँ। मैं फिर कहूँगा जो डंकी मार गया वो गलत है, लेकिन लोग डंकी मार क्यों रहे हैं, लोग जा क्यों रहे हैं? और जो डंकी मारते हैं मैं उनसे कहूँगा भले हो, जेड़ा रब पाकिस्तान च हो बाहर भी वही रब है। जाना है तो लीगल तरीके नाल जाओ। रात बहुत काली है नासिर, घर में रहो तो बेहतर है। अल्लाह में आसानियत अता फरमाए और आसानियाँ तकसीम करने का शर्फ अता फरमाए। शायद मेरा ये वीडियो देखकर बहुत सारे बच्चे कुछ सीख सकें और शायद बहुत सारी माँओं की गोदें उजड़ने से बच जाएं। अल्लाह आपको सलामत रखे। अस्सलाम वालेकुम वरहमतुल्लाहि वबरकातुहू।